ਕੌਮੀਵਾਜ਼ ਅਤੇ ਸਿੱਖ ਸਿਆਸਤ ਦੇ ਸਾਰੇ ਹੀ ਦਰਸ਼ਕਾਂ ਨੂੰ ਨਿੱਘੀ ਜੀਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਇਹਨਾਂ ਦਿਨਾਂ ਦੇ ਵਿੱਚ ਪੈਗਾਸਸ ਨਾਮ ਦੇ ਇੱਕ ਵਾਇਰਸ ਦਾ ਕਾਫੀ ਜ਼ਿਆਦਾ ਚਰਚਾ ਹੋ ਰਿਹਾ ਹੈ। ਇਹ ਵਾਇਰਸ ਕਰੋਨਾ ਵਾਇਰਸ ਦੇ ਨਾਲੋਂ ਥੋੜਾ ਵੱਖਰਾ ਹੈ। ਇਹ ਦੁਨੀਆ ਦੇ ਵਿੱਚ ਕਈ ਚੋਣਵੇਂ ਬੰਦਿਆਂ ਦੇ ਉੱਤੇ ਵਾਰ ਕਰਦਾ ਹੈ, ਜਿਨ੍ਹਾਂ ਦੇ ਵਿੱਚ ਖਾਸਕਰ ਨੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ। ਇਸੇ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਸਿੱਖ ਸਿਆਸਤ ਦੇ ਸੰਪਾਦਕ ਸਰਦਾਰ ਪਰਮਜੀਤ ਸਿੰਘ ਹੋਰਾਂ ਦੇ ਨਾਲ। ਸਰਦਾਰ ਪਰਮਜੀਤ ਸਿੰਘ ਜੀ, ਜੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਇਹ ਪੈਗਾਸਸ ਨੂੰ ਜੇ ਅਸੀਂ ਮੋٹے-ਮੋٹے ਰੂਪ ਦੇ ਵਿੱਚ ਸਮਝਣਾ ਹੋਵੇ ਕਿ ਇਹ ਹੈ ਕੀ ਬਲਾ ਹੈ? ਦੇਖੋ, ਇਜ਼ਰਾਈਲ ਦੀ ਇੱਕ ਟੈਕਨੋਲੋਜੀ ਕੰਪਨੀ ਹੈ NSO। ਸੋ ਉਹਦੇ ਵੱਲੋਂ ਇਹ ਇੱਕ ਜਸੂਸੀ ਤੰਤਰ ਆਪਾਂ ਕਹਿ ਸਕਦੇ ਹਾਂ, ਆਧੁਨਿਕ ਜ਼ਮਾਨੇ ਦਾ ਜਾਂ ਬਿਜਾਲੀ ਦੁਨੀਆ ਦੇ ਨਾਲ ਜੁੜਿਆ ਹੋਇਆ, ਇੰਟਰਨੈਟ ਦੇ ਨਾਲ ਜੁੜਿਆ ਹੋਇਆ ਇੱਕ ਜਸੂਸੀ ਤੰਤਰ ਆ। ਸਪਾਈਵੇਅਰ ਇਹਨੂੰ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਜੀ। ਤੇ ਬਿਲਕੁਲ ਦੁਨੀਆ ਦੇ ਜਿਹੜੇ ਚੋਣਵੀਆਂ ਸਰਕਾਰਾਂ ਨੇ ਜਾਂ ਮੁਲਕ ਨੇ, ਉਹੀ ਇਸ ਕੰਪਨੀ ਦੇ ਗਾਹਕ ਨੇ। ਇਹ ਸਿਰਫ ਕੰਪਨੀ ਦਾ ਦਾਅਵਾ ਕਿ ਅਸੀਂ ਸਿਰਫ ਉਹਨਾਂ ਨੂੰ, ਸਰਕਾਰਾਂ ਨੂੰ ਹੀ ਵੇਚਦੇ ਹਾਂ ਤੇ ਸਰਕਾਰਾਂ ਦੇ ਵੱਲੋਂ ਹੀ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਜੇ ਤੁਹਾਨੂੰ ਯਾਦ ਹੋਵੇ, ਇਹ ਪਹਿਲੀ ਵਾਰ ਇਹ ਮਸਲਾ ਸਾਹਮਣੇ ਨਹੀਂ ਆਇਆ। ਇੱਕ WhatsApp ਦੇ ਹਵਾਲੇ ਦੇ ਨਾਲ ਵੀ ਗੱਲ ਪਹਿਲਾਂ ਸਾਲ 2019 ਦੇ ਵਿੱਚ ਸਭ ਤੋਂ ਪਹਿਲਾਂ ਸਾਹਮਣੇ ਆਈ ਸੀਗੀ ਕਿ ਪੈਗਾਸਸ ਨੂੰ ਵਰਤ ਕੇ WhatsApp ਦੇ ਵਿੱਚ ਕੁਛ ਇੱਕ ਏਦਾਂ ਦੇ ਦਰਵਾਜ਼ੇ ਉਹਨਾਂ ਦੇ ਕੋਲੋਂ ਖੁੱਲੇ ਰਹਿ ਗਏ ਸੀ ਵੀ WhatsApp ਵਾਲਿਆਂ ਦੇ ਕੋਲੋਂ, ਵੀ ਜਿਨ੍ਹਾਂ ਦੇ ਰਾਹੀਂ ਤੇ ਸਰਕਾਰਾਂ WhatsApp ਦੇ ਰਾਹੀਂ ਬੰਦਿਆਂ ਨੂੰ ਟਾਰਗੇਟ ਕਰਦੀਆਂ ਸੀਗੀਆਂ। ਇੱਕ ਵਾਰ ਉਹਨਾਂ ਦੇ ਫੋਨ ਦੇ ਉੱਪਰ ਜਦੋਂ ਕਾਬੂ ਪਾ ਲੈਂਦੀਆਂ, ਜਿਸ ਡਿਵਾਈਸ ਦੇ ਵਿੱਚ WhatsApp ਚੱਲ ਰਿਹਾ ਹੁੰਦਾ, ਤਾਂ ਫਿਰ ਉਹ ਮੁਕੰਮਲ ਉਹਨਾਂ ਦੇ ਅਖਤਿਆਰ ਦੇ ਵਿੱਚ, ਸਰਕਾਰ ਦੇ ਅਖਤਿਆਰ 'ਚ ਚਲਿਆ ਜਾਂਦਾ। ਤੇ ਜਿੱਦਾਂ ਤੁਸੀਂ ਕਿਹਾ ਵੀ ਚੋਣਵੇਂ ਲੋਕਾਂ ਨੂੰ ਟਾਰਗੇਟ ਕਰਦਾ, ਉਹ ਜ਼ਾਹਰ ਜੀ ਗੱਲ ਹੈ ਕਿ ਜਿਹੜੇ ਲੋਕ ਸਰਕਾਰੀ ਨੀਤੀਆਂ ਦਾ ਕ੍ਰਿਟਿਸਿਜ਼ਮ ਕਰਦੇ ਨੇ ਜਾਂ ਉਹਨਾਂ ਦੀਆਂ ਜੋ ਲੋਕਤੰਤਰ ਵਿਰੋਧੀ ਕਾਰਵਾਈਆਂ ਆ ਉਹਨਾਂ ਨੂੰ ਉਜਾਗਰ ਕਰਦੇ ਆ, ਜਾਂ ਕੁਛ ਵੱਖਰੀ ਤਰ੍ਹਾਂ ਦੇ ਵਿਚਾਰ ਰੱਖਦੇ ਆ, ਜਾਂ ਕੋਈ ਮਨੁੱਖੀ ਅਧਿਕਾਰਾਂ ਦੀ ਜਾਂ ਆਜ਼ਾਦੀ ਦੀ ਜਾਂ ਸਿਆਸੀ ਹੱਕਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ। ਔਰ ਇਹ ਆਮ ਤਰ੍ਹਾਂ ਦੀ ਹੈਕਿੰਗ ਨਾਲੋਂ ਬਹੁਤ ਜ਼ਿਆਦਾ ਵੱਖਰਾ ਆ ਔਰ ਬਹੁਤ ਜ਼ਿਆਦਾ ਖਤਰਨਾਕ ਹੈ। ਜੀ, ਆਮ ਤਰ੍ਹਾਂ ਦੀ ਜਿਹੜੀ ਹੈਕਿੰਗ ਆਪਾਂ ਜਾਣਦੇ ਹਾਂ ਪਰਮਜੀਤ ਸਿੰਘ ਜੀ, ਉਹ ਦੋ ਤਰ੍ਹਾਂ ਦੀ ਮੋٹے-ਮੋٹے ਤੌਰ ਦੇ ਉੱਤੇ ਹੁੰਦੀ ਆ ਕਿ ਤੁਹਾਡੇ ਫੋਨ ਦੇ ਵਿੱਚ ਕੋਈ ਬੰਦਾ ਕੁਝ ਇੰਸਟਾਲ ਕਰ ਦੇਵੇ, ਜਾਂ ਦੂਜੇ ਨੰਬਰ ਦੇ ਉੱਤੇ ਤੁਹਾਨੂੰ ਕੋਈ ਲਿੰਕ ਭੇਜਿਆ ਜਾਵੇ, ਉਹਨੂੰ ਤੁਸੀਂ ਕਲਿੱਕ ਕਰ ਲਓ, ਉਹਦੇ ਨਾਲ ਤੁਸੀਂ ਹੋ ਸਕਦਾ ਕਿਸੇ ਦੂਜੇ ਦੀ ਪਕੜ ਦੇ ਵਿੱਚੋਂ ਆ ਜਾਓ। ਇਹ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਤੀਜੇ ਤਰ੍ਹਾਂ ਦੀ ਇਹ ਵੱਖਰੀ ਆ, ਇਹ ਕਿਵੇਂ ਵੱਖਰੀ ਆ ਉਹਦੇ ਨਾਲ? ਦੇਖੋ, ਇਹਦੇ ਵਿੱਚ ਜਦੋਂ ਆਪਰੇਟਿੰਗ ਸਿਸਟਮ ਇੱਕ ਵਾਰ ਪੈਗਾਸਸ ਦੇ ਨਾਲ ਇਨਫੈਕਟ ਹੋ ਗਿਆ, ਜਿੰਨੀ ਕੁ ਜਾਣਕਾਰੀ ਇਹਦੇ ਬਾਰੇ ਦੇ ਵਿੱਚ ਪੜ੍ਹ ਸਕੇ ਆ ਜਾਂ ਜਾਣ ਸਕੇ ਆ, ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਮੁਕੰਮਲ ਅਖਤਿਆਰ ਦੇ ਵਿੱਚ ਚਲਿਆ ਜਾਂਦਾ। ਤੁਹਾਡੀ ਲੋਕੇਸ਼ਨ ਟਰੈਕ ਕੀਤੀ ਜਾ ਸਕਦੀ ਆ, ਤੁਹਾਡੇ ਫੋਨ ਦੇ ਵਿੱਚ ਪਿਆ ਹੋਇਆ ਸਾਰਾ ਡਾਟਾ ਐਕਸੈਸ ਕੀਤਾ ਜਾ ਸਕਦਾ, ਕੋਈ ਵੀ ਚੀਜ਼ ਤੁਹਾਡੇ ਫੋਨ ਦੇ ਵਿੱਚ ਰੱਖੀ ਜਾ ਸਕਦੀ ਆ, ਉਹਦੇ ਵਿੱਚੋਂ ਕੱਢੀ ਜਾ ਸਕਦੀ ਹੈ ਬਿਨਾਂ ਤੁਹਾਨੂੰ ਦੱਸਿਆ। ਤੁਹਾਡਾ ਮਾਈਕਰੋਫੋਨ ਔਨ ਕਰਕੇ ਤੁਹਾਡੀਆਂ ਗੱਲਾਂ ਸੁਣੀਆਂ ਜਾ ਸਕਦੀਆਂ ਨੇ, ਤੁਹਾਡੇ ਫੋਨ ਦਾ ਕੈਮਰਾ ਔਨ ਕਰਕੇ ਤੁਹਾਡੀ ਵੀਡੀਓ ਬਣਾਈ ਜਾ ਸਕਦੀ ਹੈ, ਔਰ ਤੁਹਾਨੂੰ ਬਿਲਕੁਲ ਇਸ ਗੱਲ ਦੀ ਕੋਈ ਵੀ ਜਿਹੜੀ ਜਾਣਕਾਰੀ ਆ ਉਹ ਨਹੀਂ ਹੋਊਗੀ। ਭੀਮਾ ਕੋਰੇਗਾਂਵ ਦੇ ਮਾਮਲੇ ਦੇ ਵਿੱਚ ਜਦੋਂ WhatsApp ਦੇ ਸੰਬੰਧ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਸੀ, ਉਦੋਂ ਇੱਕ ਵਿਅਕਤੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਭੀਮਾ ਕੋਰੇਗਾਂਵ ਮਾਮਲੇ ਦੇ ਵਿੱਚ, ਉਹਦੇ ਵਿੱਚ ਅਖਬਾਰੀ ਮੀਡੀਆ 'ਚ ਇਹ ਵੀ ਗੱਲ ਆਈ ਕਿ ਇਸ ਤਰ੍ਹਾਂ ਦੇ ਅਸ਼ੰਕੇ ਨੇ ਜਾਂ ਇਸ ਤਰ੍ਹਾਂ ਦੇ ਸਾਈਨ ਮਿਲ ਰਹੇ ਆ ਕਿ ਜਿਹੜੇ ਡਾਕੂਮੈਂਟਸ ਦੇ ਆਧਾਰ ਦੇ ਉੱਪਰ ਉਹਦੇ ਖਿਲਾਫ UAPA ਲਾਇਆ ਹੋਇਆ ਆ, ਵੀ ਉਹ ਡਾਕੂਮੈਂਟਸ ਪੈਗਾਸਸ ਇਨਫੈਕਸ਼ਨ ਨੂੰ ਵਰਤਦਿਆਂ ਹੋਇਆ ਏਜੰਸੀਆਂ ਦੇ ਵੱਲੋਂ ਹੀ ਹੋ ਸਕਦਾ ਉਹਦੇ ਫੋਨ ਜਾਂ ਲੈਪਟਾਪ ਦੇ ਵਿੱਚ ਪਾਇਆ ਗਿਆ ਹੋਵੇ। ਸੋ ਇੱਥੋਂ ਤੱਕ ਦਾ ਮਤਲਬ ਇਹ ਹੈਗਾ, ਇਹ ਕੋਈ ਸਿੰਪਲੀ ਡਾਟਾ ਚੋਰੀ ਦਾ ਮਸਲਾ ਨਹੀਂ ਹੈਗਾ ਕਿ ਤੁਹਾਡੇ ਆਮ ਹੈਕਿੰਗ ਜਿਹੜੀ ਆ ਉਹਦੇ ਵਿੱਚ ਕੀ ਹੁੰਦਾ ਕਿ ਉਹ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਡਾਟਾ ਹੈਗਾ ਆ, ਤੁਹਾਡੇ ਕੋਈ ਬੈਂਕ ਦੇ ਪਾਸਵਰਡ ਹੋ ਗਏ, ਤੁਹਾਡੇ ਕੋਈ ATM ਦੇ ਪਾਸਵਰਡ ਹੋ ਗਏ, ਜਾਂ ਇਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੋ ਗਈ ਜਿਹਦੇ ਨਾਲ ਜ਼ਿਆਦਾਤਰ ਫਾਈਨੈਂਸ਼ੀਅਲ ਫਰਾਡ ਹੁੰਦੇ ਆ। ਕੋਈ ਕਿਸੇ ਬੰਦੇ ਨੂੰ 20,000 ਦੀ ਠੱਗੀ ਲੱਗ ਗਈ ਜਾਂ 20 ਲੱਖ ਦੀ ਲੱਗ ਗਈ। ਸੋ ਇੱਥੇ ਤਾਂ ਬਿਲਕੁਲ ਕਿਸੇ ਤਰ੍ਹਾਂ ਦੀ ਬੰਦੇ ਦੀ ਪ੍ਰਾਈਵੇਸੀ ਕੋਈ ਨਹੀਂ ਹੈਗੀ, ਔਰ ਬਹੁਤ ਜ਼ਿਆਦਾ ਮਤਲਬ ਖਤਰਨਾਕ ਹੱਦ ਤੱਕ ਪਰਸਨਲ ਅਟੈਕ ਦੇ ਲੈਵਲ ਤੱਕ ਇਹ ਇੱਕ ਹੈਗਾ ਆ ਕਿ ਤੁਹਾਡੀਆਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਈਵੇਟ ਮੂਵਮੈਂਟਸ ਆ ਉਹਨਾਂ ਨੂੰ ਉਹ ਰਿਕਾਰਡ ਕਰ ਸਕਦੇ ਆ ਜਾਂ ਦੁਬਾਰਾ ਵਰਤੀਆਂ ਜਾ ਸਕਦੀਆਂ, ਬੰਦੇ ਨੂੰ ਬਲੈਕਮੇਲ ਕੀਤਾ ਜਾ ਸਕਦਾ ਆ। ਔਰ ਜਿਹੜੇ ਹੁਣ ਇੱਕ ਪੱਤਰਕਾਰ ਦਾ ਜ਼ਿਕਰ ਆਇਆ, ਬੜਾ ਕਮਾਂਤਰੀ ਤੌਰ ਦੇ ਉੱਪਰ ਚਰਚਾ ਹੋਈ ਸੀਗੀ ਕਿ ਉਹ ਇੱਕ ਮਾਮਲੇ ਦੀ ਤਫਤੀਸ਼ ਕਰ ਰਿਹਾ ਸੀ ਔਰ ਉਹਦਾ ਕਤਲ ਜਿਹੜਾ ਆ ਉਹ ਹੋਇਆ, ਤਾਂ ਉਹਦੇ ਵਿੱਚ ਇਹ ਆ ਰਿਹਾ ਕਿ ਉਹ ਲਗਾਤਾਰ ਔਨ ਦਾ ਰਨ ਸੀਗਾ, ਏਜੰਸੀਆਂ ਉਹਦੇ ਪਿੱਛੇ ਪਈਆਂ ਹੋਈਆਂ ਸੀ ਵੀ ਪੈਗਾਸਸ ਰਾਹੀਂ ਇਨਫੈਕਟ ਕਰਨ ਤੋਂ ਬਾਅਦ ਹੋ ਸਕਦਾ ਫੋਨ ਦੇ ਰਾਹੀਂ ਹੀ ਉਹਦੀ ਲੋਕੇਸ਼ਨ ਟਰੇਸ ਕੀਤੀ ਗਈ ਹੋਵੇ।
ਸੋ ਇਸ ਕਰਕੇ ਆਮ ਨਾਲੋਂ ਬਹੁਤ ਜ਼ਿਆਦਾ ਹਟਵੀਂ ਹੈ, ਕਿਉਂਕਿ ਆਮ ਹੈਕਿੰਗ ਜਿਹੜੀ ਆ ਉਹਦੇ ਵਿੱਚ ਬਿਲਕੁਲ ਇੱਕ ਛੋਟੇ ਪੱਧਰ ਦੇ ਹੈਕਰ ਨੇ ਜਿਹੜੇ ਉਹਨਾਂ ਦੇ ਮੁਫਾਦ ਵੀ ਉਸ ਤਰ੍ਹਾਂ ਦੇ ਹੁੰਦੇ ਆ, ਜਿੱਦਾਂ ਆਪਾਂ ਦੱਸਿਆ ਵੀ ਕੋਈ ਛੋਟੀ ਮੋਟੀ ਕਿਸੇ ਤਰ੍ਹਾਂ ਦੀ ਐਕਸਟੋਰਸ਼ਨ ਜਾਂ ਪੈਸੇ ਚੋਰੀ ਕਰਨ ਦਾ ਮਸਲਾ ਹੁੰਦਾ। ਇੱਥੇ ਜਿਹੜੇ ਵੱਡੇ ਸਰੋਕਾਰ ਜੁੜੇ ਹੁੰਦੇ, ਵੱਡੀਆਂ ਏਜੰਸੀਆਂ ਪਿੱਛੇ ਲੱਗੀਆਂ ਹੁੰਦੀਆਂ ਨੇ। ਇਹ ਮਤਲਬ ਕੱਲੀ ਨਿਜਤਾ ਹੀ ਨਹੀਂ, ਬੰਦਿਆਂ ਦੀ ਜਾਨ ਤੱਕ ਦਾ ਵੀ ਖਤਰਾ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ। ਔਰ ਸਭ ਤੋਂ ਜਿਹੜੀ ਆਪਾਂ ਕਹਿ ਸਕਦੇ ਆ ਵੀ ਖਤਰਨਾਕ ਗੱਲ ਹੈ ਉਹ ਇਹ ਹੈ ਕਿ ਸਰਕਾਰਾਂ ਦੇ ਵੱਲੋਂ ਹੀ ਇਹਦਾ ਇਸਤੇਮਾਲ ਕੀਤਾ ਜਾਂਦਾ, ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਰੋਕਣੀਆਂ ਹੁੰਦੀਆਂ ਨੇ। ਸੋ ਜਦੋਂ ਉਹੀ ਇਸ ਤਰ੍ਹਾਂ ਕਰਨ ਲੱਗ ਜਾਣ, ਕਹਿ ਲਓ ਵੀ ਵਾੜ ਖੇਤ ਨੂੰ ਖਾਣ ਲੱਗ ਜਾਏ, ਤੇ ਫਿਰ ਮਤਲਬ ਬਚਾਅ ਦੇ ਜਿਹੜੇ ਅਸਾਰ ਆ ਉਹ ਮੁਸ਼ਕਲ ਹੋ ਜਾਂਦੇ। ਇਸੇ ਕਰਕੇ ਮੈਨੂੰ ਲੱਗਦਾ ਕਿ ਸਾਰੀ ਦੁਨੀਆ ਦੇ ਵਿੱਚ ਇਹਦਾ ਚਰਚਾ ਵੀ ਜਿਹੜਾ ਆ ਉਹ ਕਾਫੀ ਵੱਡੀ ਪੱਧਰ ਦੇ ਉੱਪਰ ਹੋ ਰਿਹਾ। ਜਿੰਨੀ ਕਿ ਤੁਸੀਂ ਗੱਲ ਦੱਸੀ ਆ, ਇੱਥੋਂ ਦਾ ਇਹੀ ਸਮਝ ਪੈਂਦੀ ਆ ਕਿ ਜਿਹੜਾ ਬੰਦੇ ਦਾ ਕਿਸੇ ਦਾ ਫੋਨ ਆ ਉਹਦੇ ਨਾਲੋਂ ਜ਼ਿਆਦਾ ਕੰਟਰੋਲ ਪੈਗਾਸਸ ਨੂੰ ਚਲਾਉਣ ਵਾਲੇ ਦਾ ਹੋ ਜਾਂਦਾ ਗਾ, ਕਿਉਂਕਿ ਉਹ ਕਿਸੇ ਵੀ ਸਮੇਂ ਉਹਦਾ ਮਾਈਕ ਖੋਲ ਕੇ ਉਹਦੀ ਗੱਲਬਾਤ ਸੁਣ ਸਕਦਾ, ਕਿਸੇ ਵੀ ਸਮੇਂ ਉਹਦਾ ਕੈਮਰਾ ਖੋਲ ਕੇ ਉਹਦੀ ਵੀਡੀਓ ਬਣਾ ਸਕਦਾ। ਤੇ ਜਿਸ ਦਾ ਫੋਨ ਆ ਉਹਨੂੰ ਬਿਲਕੁਲ ਵੀ ਨਹੀਂ ਪਤਾ ਕਿ ਮੇਰਾ ਫੋਨ ਮੇਰੇ ਨਾਲੋਂ ਜ਼ਿਆਦਾ ਕੋਈ ਹੋਰ ਵਰਤ ਰਿਹਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ। ਨਹੀਂ ਤਾਂ ਆਮ ਤੌਰ ਦੇ ਉੱਪਰ ਤੇ ਬੰਦਾ ਜਦੋਂ ਇਸਤੇਮਾਲ ਕਰਨਾ ਹੁੰਦਾ, ਆਪਾਂ ਤੇ ਮੰਨਦੇ ਆ ਕਿ ਫੋਨ ਪਿਆ ਆ ਤਾਂ ਕੋਈ ਦਿੱਕਤ ਨਹੀਂ ਹੈਗੀ, ਹਨਾ, ਜਾਂ ਜਦੋਂ ਲੋੜ ਹੁੰਦੀ ਉਦੋਂ ਹੀ ਤੁਸੀਂ ਰਿਕਾਰਡਰ ਔਨ ਕਰਦੇ ਹੋ, ਉਦੋਂ ਹੀ ਕੈਮਰਾ ਔਨ ਕਰਦੇ ਹੋ। ਇੱਥੇ ਤੇ ਮਤਲਬ ਤੁਹਾਡੀ ਪਲ ਪਲ ਦੀ ਜਿਹੜੀ ਜਸੂਸੀ ਆ ਉਹ ਕੀਤੀ ਜਾ ਰਹੀ ਹੈ। ਔਰ ਜਿਸ ਤਰ੍ਹਾਂ ਦੇ ਬੰਦੇ ਇਸ ਟਾਰਗੇਟ ਲਿਸਟ ਦੇ ਉੱਪਰ ਸਾਹਮਣੇ ਆਏ ਆ, ਉਹਨਾਂ ਤੋਂ ਵੀ ਪਤਾ ਲੱਗਦਾ ਕਿ ਇੱਕ ਬੜਾ ਕੋਆਰਡੀਨੇਟਡ ਤਰੀਕੇ ਦੇ ਨਾਲ ਸਾਰਾ ਜਿਹੜਾ ਆ ਉਹ ਕੀਤਾ ਜਾ ਰਿਹਾ ਜੀ। ਹੁਣ ਥੋੜੀ ਜੀ ਇਸ ਪਾਸੇ ਵੱਲ ਆਪਾਂ ਗੱਲ ਕਰਦੇ ਹਾਂ ਕਿ ਇਸ ਦਾ ਪਤਾ ਕਿਵੇਂ ਲੱਗਿਆ। ਪੈਗਾਸਸ ਜੋ ਹੋਏ ਮੋਟੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਜ਼ਰਾਈਲ ਦੀ ਇੱਕ ਇਹ ਕੰਪਨੀ ਆ, ਦੁਨੀਆ ਦੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਵਰਤੀ ਜਾਂਦੀ ਆ, ਇਸ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਵੈਸੇ ਸੇਵਾਵਾਂ ਸ਼ਬਦ ਇੱਥੇ ਮੈਂ ਠੀਕ ਨਹੀਂ ਵਰਤ ਰਿਹਾ, ਸੋ ਇੱਥੇ ਕੋਈ ਹੋਰ ਸ਼ਬਦ ਇਹਦੇ ਲਈ ਘੜਨਾ ਚਾਹੀਦਾ ਗਾ। ਤੋ ਇਸ ਦੇ ਵਿੱਚੋਂ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਕਿ ਕਿੱਥੋਂ ਗੱਲ ਤੁਰੀ, ਜਿੱਥੋਂ ਇਹਦਾ ਪਤਾ ਲੱਗਣਾ ਸ਼ੁਰੂ ਹੋਇਆ? WhatsApp ਨੂੰ ਪਹਿਲਾਂ ਪਤਾ ਲੱਗਿਆ ਜਾਂ ਜਿਹੜੀਆਂ ਇਸ ਦੇ ਵਿੱਚ ਹੁਣ ਸਾਰੀਆਂ ਖੋਜ ਦੇ ਵਿੱਚ ਜਥੇਬੰਦੀਆਂ ਜੁੜੀਆਂ ਹੋਈਆਂ ਸੀ ਜਾਂ ਮੀਡੀਆ ਅਦਾਰੇ ਜੁੜੇ ਹੋਏ ਸੀ ਉਹਨਾਂ ਨੂੰ ਪਤਾ ਲੱਗਿਆ? ਇਹਦੇ ਬਾਰੇ ਥੋੜਾ ਜਿਹਾ ਖੋਲ ਕੇ ਦੱਸੋ। ਦੇਖੋ, ਜਿੰਨੇ ਵੀ ਕੋਈ ਮਾਮਲੇ ਆਉਂਦੇ ਆ ਉਹ ਜ਼ਿਆਦਾਤਰ ਕਿਸੇ ਤਰ੍ਹਾਂ ਦੀ ਲੀਕ ਤੋਂ ਹੀ ਸ਼ੁਰੂ ਹੁੰਦੇ ਆ। ਚਾਹੇ ਉਹ ਵਿਕੀਲੀਕਸ ਦਾ ਮਸਲਾ ਸੀਗਾ ਜਿਹਦੇ ਚ US ਡਿਪਲੋਮੈਟਿਕ ਕੇਬਲਸ ਲੀਕ ਕੀਤੀਆਂ ਗਈਆਂ ਸੀਗੀਆਂ, ਤੇ ਉਹਦੇ ਵਿੱਚੋਂ ਵੀ ਇਹੀ ਗੱਲ ਸਾਹਮਣੇ ਆਈ ਸੀ ਵੀ ਕਿਸ ਤਰ੍ਹਾਂ ਅਮਰੀਕਾ ਆਪਣੇ ਮੁਫਾਦਾਂ ਦੇ ਲਈ ਸਾਰਾ ਕੁਝ ਮਤਲਬ ਕਰਦੇ ਆ। ਉਹ ਕਾਫੀ ਡਿਟੇਲ ਦੇ ਵਿੱਚ ਸਾਹਮਣੇ ਆਇਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੀ NSA ਹੈ, ਜਿਹੜੀ ਅਮਰੀਕਾ ਦੀ ਇੱਕ ਖੂਫੀਆ ਏਜੰਸੀ ਹੈਗੀ ਹੈ, ਵੀ ਉਹ ਲਗਭਗ ਸਾਰੀ ਦੁਨੀਆ ਦੀਆਂ ਹੀ ਕਾਲਾਂ ਜਿਹੜੀਆਂ ਅਮਰੀਕਨ ਸਰਵਰਸ ਦੇ ਰਾਹੀਂ ਜਾ ਰਹੀਆਂ ਸੀਗੀਆਂ ਜਾਂ ਕਿਸੇ ਵੀ ਤਰੀਕੇ ਅਮਰੀਕਾ ਦੇ ਰਾਹੀਂ ਰੂਟ ਹੋ ਰਹੀਆਂ ਸੀ, ਉਹ ਸਾਰੀਆਂ ਹੀ ਰਿਕਾਰਡ ਕਰ ਰਹੇ ਸੀਗੇ। ਸੋ ਉਸ ਮਾਮਲੇ ਦੇ ਵਿੱਚ ਵੀ ਇੱਕ ਲੀਕੇਜ ਹੋਈ ਜਿਹੜੀ ਕਿ ਮਤਲਬ ਉਹ ਇੱਕ ਪ੍ਰਾਈਵੇਟ ਕੰਟਰੈਕਟਰ ਸੀਗਾ ਐਡਵਰਡ ਸਨੋਡਨ ਨਾਂ ਦਾ, ਜਿਹੜਾ ਉਸੇ NSA ਦੇ ਵਾਸਤੇ ਹੀ ਕੰਮ ਕਰ ਰਿਹਾ ਸੀਗਾ। ਤਾਂ ਅਲਟੀਮੇਟਲੀ ਉਹਨੇ ਇੱਕ ਕਾਫੀ ਜ਼ਿਆਦਾ ਡਾਟਾ ਜਿਹੜਾ ਸੀਗਾ ਉਹ ਦਾ ਗਾਰਡੀਅਨ, ਜਿਹੜਾ ਦੁਨੀਆ ਦਾ ਇੱਕ ਬੜਾ ਮਸ਼ਹੂਰ ਅਖਬਾਰ ਆ, ਉਹਨਾਂ ਨੂੰ ਦੇ ਦਿੱਤਾ। ਔਰ ਉਹਨਾਂ ਨੇ ਜਦੋਂ ਸਾਹਮਣੇ ਲਿਆਂਦਾ ਕਿ ਬਹੁਤ ਸਾਰੇ ਮੁਲਕਾਂ ਦੇ ਲੋਕਾਂ ਦੇ ਆਫਿਸ ਬੱਗ ਕੀਤੇ ਹੋਏ ਸੀਗੇ, ਜਿਹੜੀ ਚਾਂਸਲਰ ਨੇ ਜਰਮਨੀ ਦੇ, ਉਹਦਾ ਵੀ ਜ਼ਿਕਰ ਆਇਆ ਕਿ ਈਵਨ ਅਮਰੀਕਨ ਖੁਫੀਆ ਏਜੰਸੀਆਂ ਨੇ ਉਹਦਾ ਵੀ ਦਫ਼ਤਰ ਜਿਹੜਾ ਆ ਉਹ ਬੱਗ ਕੀਤਾ ਹੋਇਆ ਸੀ। ਕਾਫੀ ਵੱਡੇ ਪੱਧਰ ਦੇ ਉੱਪਰ ਉਹ ਮਾਮਲਾ ਉੱਠਿਆ ਤੇ ਪ੍ਰਾਈਵੇਸੀ ਦਾ ਮਸਲਾ ਦੁਨੀਆ ਦੇ ਵਿੱਚ ਬਣ ਕੇ ਸਾਹਮਣੇ ਆਇਆ। ਇਸੇ ਤਰ੍ਹਾਂ ਹੀ ਇਹ ਮਸਲਾ ਵੀ ਜਿਹੜਾ ਆ ਪੈਗਾਸਸ ਦਾ, ਇਹ ਵੀ ਇੱਕ ਲੀਕ ਤੋਂ ਹੀ ਸ਼ੁਰੂ ਹੋਇਆ। 2019 ਦੇ ਵਿੱਚ ਇੱਕ ਡਾਟਾਬੇਸ ਲੀਕ ਹੋਇਆ। ਉਹ ਡਾਟਾਬੇਸ ਬੇਸਿਕਲੀ ਦੱਸਿਆ ਜਾਂਦਾ ਕਿ ਇਹ ਸੀਗਾ ਕਿ ਜਿਹੜੇ ਲੋਕਾਂ ਨੂੰ ਪੈਗਾਸਸ ਦੇ ਰਾਹੀਂ ਟਾਰਗੇਟ ਕੀਤਾ ਗਿਆ ਉਹਦੇ ਵਿੱਚ ਨੰਬਰ ਸੀਗੇ, ਫੋਨ ਨੰਬਰ ਸੀਗੇ। ਤੇ ਉਦੋਂ ਪਹਿਲਾਂ ਜਿਹੜੀ ਲੀਕੇਜ ਆਈ ਉਹ WhatsApp ਦੇ ਹਵਾਲੇ ਦੇ ਨਾਲ ਆਈ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਦੂਸਰਾ ਡਾਟਾਬੇਸ ਆਇਆ ਉਹ ਆਇਆ ਕਿ ਫੋਨ ਦੇ ਹਵਾਲੇ ਦੇ ਨਾਲ ਕਿਸ ਤਰ੍ਹਾਂ, ਮਤਲਬ ਹੁਣ ਤਾਂ ਇਹ ਹੈ ਕਿ SMS ਦੇ ਰਾਹੀਂ, ਜਾਂ ਈਵਨ ਹੁਣ ਜਿਹੜੀ ਲੇਟੈਸਟ ਗੱਲ ਆਈ ਆ, ਜਿਹੜੇ ਫੋਰੈਂਸਿਕ ਐਨਾਲਿਸਿਸ ਹੋਇਆ ਆ ਉਹਦੇ ਵਿੱਚ ਤਾਂ ਇਹ ਵੀ ਗੱਲ ਆਈ ਕਿ ਜ਼ੀਰੋ ਕਲਿੱਕ ਹੈਕਸ ਵੀ ਹੈਗੇ ਆ, ਵੀ ਜਿਹੜਾ ਟਾਰਗੇਟ ਆ, ਜਿਹੜਾ ਬੰਦਾ ਵਿਕਟਮ ਆ, ਉਹਦੇ ਐਂਡ ਤੇ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ। ਅਦਰਵਾਈਜ਼ ਇਹ ਹੈ ਕਿ ਤੁਹਾਨੂੰ ਕੋਈ SMS ਭੇਜਿਆ, WhatsApp ਤੇ ਫੋਟੋ ਭੇਜੀ, ਕੋਈ ਵੀਡੀਓ ਕਾਲ ਕੀਤੀ, ਤੁਸੀਂ ਚੁੱਕ ਲਈ ਤੇ ਡਾਟਾ ਪੈਕੇਟ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਕਰਕੇ ਤੇ ਉਹਨਾਂ ਨੇ ਹੈਕਿੰਗ ਦਾ ਪ੍ਰੋਸੈਸ ਜਿਹੜਾ ਸੀ ਸ਼ੁਰੂ ਕਰ ਲਿਆ। ਪਰ ਹੁਣ ਲੇਟੈਸਟ ਕਈ ਮਾਮਲੇ ਜਿਹੜਾ ਅਖਬਾਰਾਂ ਦੇ ਵਿੱਚ ਜ਼ਿਕਰ ਆ ਰਿਹਾ, ਉਹ ਇਹ ਆ ਰਿਹਾ ਕਿ ਕਈ ਜਿਹੜੇ ਲੇਟੈਸਟ ਵਰਸ਼ਨ ਹੈ ਉਹਦੇ ਚ ਉਹਨਾਂ ਨੇ ਇਸ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਵਾਲਿਆਂ ਨੇ ਦਰਵਾਜ਼ੇ ਖੁੱਲੇ ਛੱਡ ਦਿੱਤੇ ਕਿ ਵਿਕਟਮ ਦੇ ਲੈਵਲ ਦੇ ਉੱਪਰ ਕੁਝ ਕਰਨ ਦੀ ਲੋੜ ਹੀ ਨਹੀਂ ਹੈਗੀ। ਸੋ ਉਹ ਬੇਸਿਕਲੀ ਇੱਕ ਡਾਟਾਬੇਸ ਲੀਕ ਹੁੰਦਾ ਆ ਜਿਹਦੇ ਵਿੱਚੋਂ ਨੰਬਰ ਸਾਹਮਣੇ ਆਉਂਦੇ ਆ, ਕਿਉਂਕਿ ਹੁਣ ਉਹ ਨੰਬਰ ਜਿਹੜੇ ਆ ਉਹ ਸਸਪੈਕਟਡ ਟਾਰਗੇਟਸ ਨੇ ਜਾਂ ਪੋਟੈਂਸ਼ੀਅਲ ਟਾਰਗੇਟਸ ਨੇ ਕਿ ਇਹ ਟਾਰਗੇਟ ਹੋ ਸਕਦੇ ਆ।
ਉਸ ਤੋਂ ਬਾਅਦ ਦੇ ਵਿੱਚ ਕਿ ਤਕਰੀਬਨ ਹਿਊਮਨ ਐਰਰ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹੀ, ਬੰਦਾ ਕੋਈ ਦੋਸ਼ ਹੀ ਨਹੀਂ ਦੇ ਸਕਦਾ ਆਪਣੇ ਆਪ ਨੂੰ ਕਿ ਮੈਂ ਇੱਥੇ ਕਿਉਂ ਕਲਿੱਕ ਹਾਂਜੀ, ਕਰਿਆ ਜਿਹੜੇ ਵਾ, ਕਿ ਜ਼ੀਰੋ ਜ਼ੀਰੋ ਕਲਿੱਕ ਕਲਿੱਕ। ਵਾਲਾ ਆ ਉਹਦੇ ਵਿੱਚ ਤਾਂ ਇਹ ਹੈਗਾ ਆ, ਸਾਰੀਆਂ ਡਿਵਾਈਸਿਸ ਦੇ ਉੱਪਰ ਐਪਲੀਕੇਬਲ ਨਹੀਂ ਹੈਗਾ। ਇੱਕ ਪਾਰਟਿਕੂਲਰ ਜਿਹੜੀ ਫੋਨ ਕੰਪਨੀ ਹੈ, ਜਾਂ ਮੈਂ ਕਹਿ ਹੀ ਦੇਵਾਂ ਕਿ ਜਿਹੜੀ ਐਪਲ ਦੇ ਲੇਟੈਸਟ iOS ਵਰਸ਼ਨ ਆ ਉਹਦੇ ਵਿੱਚ ਹੀ ਇਹ ਪ੍ਰੋਬਲਮ ਅਜੇ ਤੱਕ ਉਹਨਾਂ ਨੇ ਡਿਟੈਕਟ ਕੀਤੀ ਆ। ਦੂਜਾ ਇਹ ਹੈ ਕਿ ਜਿਹੜੀ ਕੋਈ ਇਦਾਂ ਦੀ ਵਲਨਰੇਬਿਲਿਟੀ ਹੁੰਦੀ ਉਹ ਹੁੰਦੀ ਹੈ ਜਿਹੜੀ ਡਿਟੈਕਟਡ ਹੁੰਦੀ ਹੈ। ਹੁਣ ਅਨਡਿਟੈਕਟਡ ਕੋਈ ਹੋਰ ਹੋਵੇ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆਈ, ਉਹ ਨੋਬਡੀ ਨੋਜ਼ ਹੈ ਨਾ, ਕਿਸੇ ਨੂੰ ਨਹੀਂ ਪਤਾ ਉਸ ਗੱਲ ਦਾ। ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਫਿਰ ਮਤਲਬ ਜਦੋਂ ਲੀਕੇਜ ਸਾਹਮਣੇ ਆਉਂਦੀ ਹੈ, ਇਸ ਤਰ੍ਹਾਂ ਦਾ ਡਾਟਾਬੇਸ ਸਾਹਮਣੇ ਆ ਜਾਂਦਾ ਆ, ਫਿਰ ਉਹ ਸਾਰੇ ਇੱਕ ਪੋਟੈਂਸ਼ੀਅਲ ਟਾਰਗੇਟ ਸੀਗੇ ਕਿ ਹੋ ਸਕਦਾ ਕਿ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਹੋਵੇ। ਉਹਦੇ ਵਿੱਚ ਫਿਰ ਕਾਫੀ ਸਾਰੇ ਅਦਾਰੇ ਜਿਹਦੇ ਵਿੱਚ ਫੋਰਬਿਡਨ ਸਟੋਰੀਜ਼ ਨੇ ਪਹਿਲ ਕੀਤੀ, ਉਹਦੇ ਵਿੱਚ ਇੰਡੀਆ ਦੇ ਵਿੱਚੋਂ ਦਾ ਵਾਇਰ ਉਹਦੇ ਵਿੱਚ ਪਾਰਟਨਰ ਸੀ। ਜਿਹੜੇ ਫੋਰੈਂਸਿਕ ਟੈਸਟ ਹੋਏ ਉਹ ਐਮਨੈਸਟੀ ਇੰਟਰਨੈਸ਼ਨਲ ਦੀ ਲੈਬ ਦੇ ਵਿੱਚ ਹੋਏ, ਦਾ ਗਾਰਡੀਅਨ ਇਹਦੇ ਵਿੱਚ ਸ਼ਾਮਲ ਸੀ। ਉਸ ਤੋਂ ਇਲਾਵਾ ਅਮਰੀਕਾ ਤੋਂ ਵਾਸ਼ਿੰਗਟਨ ਪੋਸਟ ਵਿੱਚ ਸ਼ਾਮਲ ਸੀਗੀ ਇਸ ਸਾਰੀ ਤਫਤੀਸ਼ ਤੇ। ਉਸ ਤੋਂ ਇਲਾਵਾ ਇਸੇ ਤਰ੍ਹਾਂ ਦੂਸਰੇ ਮੁਲਕਾਂ ਦੇ ਵੀ ਜਿਹੜੇ ਖਬਰ ਅਦਾਰੇ ਆ ਤੇ ਐਨਜੀਓਜ਼ ਨੇ ਉਹ ਇਹਦੇ ਵਿੱਚ ਸ਼ਾਮਲ ਸੀਗੀਆਂ। ਸੋ ਉਸ ਤਫਤੀਸ਼ ਦੇ ਦੌਰਾਨ ਉਹਨਾਂ ਨੇ ਲੋਕਾਂ ਦੇ ਨਾਲ ਸੰਪਰਕ ਕੀਤਾ ਤੇ ਸੰਪਰਕ ਕਰਨ ਤੋਂ ਬਾਅਦ ਉਹਦੇ ਜਿਹੜੇ ਨਤੀਜੇ ਆ ਉਹ ਹੁਣ ਸਾਹਮਣੇ ਰੱਖੇ ਜੀ। ਇਹ ਤਾਂ ਗੱਲ ਸਪਸ਼ਟ ਹੋ ਗਈ ਕਿ ਕਿੱਥੋਂ ਅਸਲ ਦੇ ਵਿੱਚ ਇਹ ਗੱਲ ਤੁਰੀ। ਹੁਣ ਥੋੜਾ ਜਿਹਾ ਤੁਸੀਂ ਪੰਜਾਬ ਦੇ ਹਵਾਲੇ ਦੇ ਨਾਲ ਸਾਂਝ ਪਾਓ ਕਿ ਪੰਜਾਬ ਦੇ ਵਿੱਚ ਕਿੰਨਾ ਕਾਰਕੁਨਾਂ ਨੂੰ ਜਾਂ ਕਿਹੜੇ ਐਕਟਿਵਿਸਟ ਨੂੰ ਉਹਨਾਂ ਨੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ? ਕੀ ਉਹਨਾਂ ਨੂੰ ਇਸ ਦਾ ਆਪਣੇ ਤੌਰ ਤੇ ਕੁਝ ਪਤਾ ਲੱਗਿਆ ਸੀ, ਜਾਂ ਉਹ ਬਿਲਕੁਲ ਵੀ ਉਹਨਾਂ ਨੂੰ ਪਤਾ ਨਹੀਂ ਲੱਗਿਆ, ਉਹ ਐਜ਼ ਇੱਕ ਬੰਦਾ ਜਿਵੇਂ ਫੋਨ ਵਰਤਦਾ ਉਸੇ ਤਰ੍ਹਾਂ ਹੀ ਵਰਤਦੇ ਰਹੇ, ਜਾਂ ਕਦੋਂ ਉਹਨਾਂ ਨੂੰ ਜਾ ਕੇ ਇਸ ਦਾ ਪਤਾ ਲੱਗਿਆ? ਦੇਖੋ, ਜਦੋਂ ਇਹ ਤਫਤੀਸ਼ ਸਾਰੀ ਸ਼ੁਰੂ ਹੋਈ ਹੈ ਇਹਨਾਂ ਅਦਾਰਿਆਂ ਦੇ ਵੱਲੋਂ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕੀਤਾ ਕਿ ਨੰਬਰ ਆਇਡੈਂਟੀਫਾਈ ਕੀਤੇ ਕਿ ਜਿਹੜੇ ਨੰਬਰ ਨੇ ਉਹ ਕਿਹੜੇ ਬੰਦਿਆਂ ਦੇ ਨੰਬਰ ਹੈ। ਫਿਰ ਉਹਨਾਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਹਾਡੇ ਫੋਨ ਦੇ ਉੱਪਰ ਇੱਕ ਫੋਰੈਂਸਿਕ ਟੈਸਟ ਜਿਹੜਾ ਆ ਉਹ ਅਸੀਂ ਚਲਾਵਾਂਗੇ, ਕਿਉਂਕਿ ਤੁਹਾਡਾ ਜਿਹੜਾ ਨੰਬਰ ਆ ਉਹ ਇੱਕ ਇਸ ਤਰ੍ਹਾਂ ਦੀ ਲੀਕ ਹੋਈ ਡਾਟਾਬੇਸ ਦੇ ਵਿੱਚ ਆਇਆ ਆ ਤੇ ਤੁਹਾਡਾ ਫੋਨ ਜਿਹੜਾ ਗਵਰਨਮੈਂਟ ਏਜੰਸੀਜ਼ ਦੇ ਵੱਲੋਂ ਹੈਕ ਕੀਤਾ ਹੋਇਆ ਹੋ ਸਕਦਾ। ਅਸੀਂ ਇਸ ਦੀ ਤਫਤੀਸ਼ ਕਰ ਰਹੇ ਹਾਂ। ਜਿਹੜੇ ਵਿਅਕਤੀਆਂ ਨੇ ਫਿਰ ਉਸ ਗੱਲ ਦੇ ਵਿੱਚ ਸਹਿਮਤੀ ਦਿੱਤੀ, ਉਹਨਾਂ ਦੇ ਫੋਨ ਉਹਨਾਂ ਨੇ ਉਹ ਫੋਰੈਂਸਿਕ ਐਨਾਲਿਸਿਸ ਜਿਹੜਾ ਆ ਉਹਦਾ ਕੀਤਾ। ਜਿੰਨੀ ਕਿ ਸਾਨੂੰ ਆਪਣੇ ਸੂਤਰਾਂ ਤੋਂ ਜਾਣਕਾਰੀ ਹੈ, ਉਹਦੇ ਵਿੱਚ ਇਹ ਆ ਕਿ ਉਹ ਇੰਡੀਆ ਦੇ ਵਿੱਚ ਇੱਕ ਲੈਪਟਾਪ ਦੇ ਨਾਲ ਕਨੈਕਟ ਕਰਦੇ ਸੀਗੇ। ਉਸ ਤੋਂ ਬਾਅਦ ਦੇ ਵਿੱਚ ਸਿਕਿਉਰ ਮੰਨੇ ਜਾਂਦੀਆਂ ਜਿਹੜੇ ਤਰੀਕੇ ਹੈਗੇ ਆ, ਇਨਕ੍ਰਿਪਟਡ ਮੈਥਡਸ, ਉਹਦੇ ਰਾਹੀਂ ਉਹ ਲੰਡਨ ਦੇ ਵਿੱਚ ਫਿਰ ਉਹ ਫੋਨ ਕਨੈਕਟ ਹੁੰਦਾ ਸੀਗਾ। ਤਾਂ ਉੱਥੋਂ ਜਿਹੜੇ ਐਮਨੈਸਟੀ ਇੰਟਰਨੈਸ਼ਨਲ ਦੇ ਫੋਰੈਂਸਿਕ ਲੈਬੋਰਟਰੀ ਸੀਗੀ ਉਹਨਾਂ ਦੀ, ਉਹ ਫਿਰ ਇਸ ਗੱਲ ਨੂੰ ਚੈੱਕ ਕਰਦੇ ਸੀ। ਕਈ ਮਾਮਲਿਆਂ ਦੇ ਵਿੱਚ ਹੁਣ ਜਿਹੜੇ ਰਿਜ਼ਲਟ ਆਏ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਕਈ ਮਾਮਲਿਆਂ 'ਚ ਪਹਿਲੇ 1 ਮਿੰਟ ਦੇ ਵਿੱਚ ਹੀ ਕਨਫਰਮੇਸ਼ਨ ਹੋ ਗਈ। ਉਹਦੇ 'ਚ ਇਹ ਗੱਲ ਵੀ ਆਈ ਹੈ ਕਿ ਜਿਹੜੇ ਐਪਲ ਦੇ ਡਿਵਾਈਸਿਸ ਆ ਉਹਨਾਂ ਦੇ ਵਿੱਚ ਕਨਫਰਮੇਸ਼ਨ ਜਿਹੜੀ ਆ ਉਹ ਸੌਖੀ ਰਹੀ ਹੈ, ਕਿਉਂਕਿ ਇਹਨਾਂ ਦੇ ਵਿੱਚ ਹਰ ਇੱਕ ਐਕਟੀਵਿਟੀ ਜਿਹੜੀ ਆ ਉਹ ਲੌਗ ਹੁੰਦੀ ਹੈ। ਐਂਡਰੋਇਡ ਦੇ ਕਈ ਇਸ ਤਰ੍ਹਾਂ ਦੇ ਵਰਸ਼ਨ ਹੈਗੇ ਆ ਜਿੱਥੇ ਮਤਲਬ ਇਹ ਕਨਕਲੂਡ ਕਰਨਾ ਉਹਨਾਂ ਨੇ ਕਿਹਾ ਵੀ ਔਖਾ ਲੱਗਿਆ ਸਾਨੂੰ। ਕਈ ਮਾਮਲਿਆਂ ਦੇ ਵਿੱਚ ਬੰਦਿਆਂ ਨੇ ਫੋਨ ਹੀ ਬਦਲ ਲਿਆ ਸੀਗਾ। ਹੁਣ ਜਦੋਂ ਡਿਵਾਈਸ ਹੀ ਬਦਲ ਗਈ ਤਾਂ ਫਿਰ ਉਹ ਕਨਫਰਮੇਸ਼ਨ ਨਹੀਂ ਸੀ ਹੋ ਸਕਦੀ। ਪੰਜਾਬ ਦੀ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ, ਪੰਜਾਬ ਦੇ ਵਿੱਚ ਇੱਕ ਕਨਫਰਮਡ ਕੇਸ ਜਿਹੜਾ ਆ ਉਹ ਸਰਦਾਰ ਜਸਪਾਲ ਸਿੰਘ ਹੇਰਾ ਜਿਹੜੇ ਪਹਿਰੇਦਾਰ ਦੇ ਆਪਣੇ ਸੰਪਾਦਕ ਨੇ ਉਹਨਾਂ ਦਾ ਆਇਆ ਆ। ਪਰ ਉਸ ਤੋਂ ਇਲਾਵਾ ਵੀ ਹੋਰਨਾਂ ਵਿਅਕਤੀਆਂ ਦੇ ਨਾਲ ਸੰਪਰਕ ਕੀਤਾ ਗਿਆ ਸੀਗਾ। ਜਸਪਾਲ ਸਿੰਘ ਮੰਝਪੁਰ ਜਿਹੜੇ ਵਕੀਲ ਨੇ ਕਾਫੀ ਸਿੱਖ ਸਿਆਸੀ ਕੈਦੀਆਂ ਦੇ, ਹਾਂਜੀ, ਸੋ ਉਹ ਬੰਦੀ ਸਿੰਘਾਂ ਦੇ, ਉਹਨਾਂ ਦਾ ਵੀ ਫੋਨ ਨੰਬਰ ਸੀਗਾ। ਉਹਦੇ ਵਿੱਚ ਭੁਪਿੰਦਰ ਸਿੰਘ ਸੱਜਣ ਜਿਹੜੇ ਆਪਣਾ ਸਾਂਝਾ ਪੰਜਾਬ ਟੀਵੀ ਦੇ ਪੱਤਰਕਾਰ ਨੇ ਹੁਸ਼ਿਆਰਪੁਰ ਤੋਂ, ਉਹਨਾਂ ਦਾ ਵੀ ਸੀਗਾ। ਸਰਦਾਰ ਅਮਰ ਸਿੰਘ ਚਾਹਲ ਵਕੀਲ ਨੇ, ਉਹਨਾਂ ਦਾ ਵੀ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਕਾਫੀ ਜਾਣਿਆਂ ਦੇ ਫੋਨ ਸੀਗੇ। ਪਰ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਜਿਹੜੀ ਕਨਫਰਮੇਸ਼ਨ ਆਈ ਆ ਉਹ ਸਰਦਾਰ ਜਸਪਾਲ ਸਿੰਘ ਹੋਰਾਂ ਦੀ ਆਈ ਹੈ। ਤੇ ਹੁਣ ਜਿਹੜੀ ਲੇਟੈਸਟ ਅੱਜ ਕੱਲ੍ਹ ਦੇ ਵਿੱਚ ਜਿਹੜੀਆਂ ਸੂਚੀਆਂ ਛਪ ਰਹੀਆਂ ਨੇ ਉਹਨਾਂ ਦੇ ਵਿੱਚ ਮਤਲਬ ਕਾਫੀ ਸਾਰੇ ਨਾਂ ਜਿਹੜੇ ਆ, ਜੇ ਮਤਲਬ ਪੰਜਾਬ ਤੋਂ ਬਾਹਰਲਿਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਜ਼ਿਆਦਾਤਰ ਨਾਂ ਜਿਹੜੇ ਨੇ ਉਹ ਪੱਤਰਕਾਰਾਂ ਦੇ ਨੇ, ਕਾਫੀ ਸੀਨੀਅਰ ਪੱਤਰਕਾਰਾਂ ਦੇ ਨੇ, ਤੇ ਜ਼ਿਆਦਾਤਰ ਉਹਨਾਂ ਦੇ ਨੇ ਜਿਹੜੇ ਮੌਜੂਦਾ ਮੋਦੀ ਸਰਕਾਰ ਦਾ ਕ੍ਰਿਟਿਸਿਜ਼ਮ ਜਿਹੜਾ ਆ ਉਹ ਕਾਫੀ ਖੁੱਲੇ ਪੱਖ ਦੇ ਉੱਪਰ ਕਰ ਰਹੇ ਆ। ਕਈ ਨਿਊਜ਼ ਅਦਾਰੇ ਸਪੈਸੀਫਿਕਲੀ ਦੇਖੇ ਜਾ ਸਕਦੇ ਆ, ਜਿੱਦਾਂ ਨਿਊਜ਼ ਕਲਿੱਕ ਹੈ, ਵਾਇਰ ਹੈ, ਉਹਨਾਂ ਨੂੰ ਕਾਫੀ ਵੱਡੇ ਪੱਧਰ ਦੇ ਉੱਪਰ ਜਿਹੜਾ ਆ ਉਹ ਟਾਰਗੇਟ ਕੀਤਾ ਗਿਆ। ਕਈ ਪ੍ਰੋਮੀਨੈਂਟ ਅਖਬਾਰਾਂ ਦੇ ਪੱਤਰਕਾਰ ਜਿੱਦਾਂ ਇੰਡੀਅਨ ਐਕਸਪ੍ਰੈਸ ਜਾਂ ਹੋਰ ਹੈਗੇ ਉਹ ਵੀ ਵਿੱਚ ਸ਼ਾਮਲ ਹੈਗੇ ਆ। ਫਿਰ ਇੱਥੋਂ ਤੱਕ ਕਿ ਈਵਨ ਕੈਬਨਿਟ ਮਿਨਿਸਟਰ ਨੇ ਜਿਹੜੇ ਇੰਡੀਆ ਦੇ ਸਰਕਾਰ ਦੇ, ਉਹਨਾਂ ਦੇ ਨਾਮ ਵੀ ਵਿੱਚ ਸ਼ਾਮਲ ਹੈਗੇ ਆ। ਵਿਰੋਧੀ ਧਿਰ ਦੇ ਨੇਤਾਵਾਂ ਦੇ ਨਾਮ ਸ਼ਾਮਲ ਹੈਗੇ। ਜੋ ਹੁਣ ਅੱਜ ਜਾਣਕਾਰੀ ਆਈ ਹੈ ਕਿ CBI ਦੇ ਬਹੁਤ ਸੀਨੀਅਰ ਵਿਅਕਤੀਆਂ ਦੇ ਨਾਂ ਜਿਹੜੇ ਆ
ਉਹ ਵਿੱਚ ਉਹਦੇ ਵਿੱਚ ਸ਼ਾਮਲ ਰਹੇ ਹੈਗੇ ਆ। ਸੋ ਮਤਲਬ ਲਗਭਗ ਕਿਸੇ ਵੀ ਬੰਦੇ ਨੂੰ ਆਪਾਂ ਕਹੀਏ ਵੀ ਨਹੀਂ ਇਸ ਸੰਬੰਧ ਵਿੱਚ ਛੱਡਿਆ ਗਿਆ, ਜਿਹੜੇ ਕਿਸੇ ਵੀ ਤਰ੍ਹਾਂ ਦੇ ਨਾਲ ਸਰਕਾਰ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਲਾਗਾ ਰੱਖਦੇ ਸੀਗੇ ਜਾਂ ਜੋ ਇੱਕ ਜਮਹੂਰੀਅਤ ਦੀ ਜਾਂ ਮਨੁੱਖੀ ਹੱਕਾਂ ਦੀ ਗੱਲ ਕਰਦੇ ਸੀਗੇ, ਉਹਨਾਂ ਸਾਰਿਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ। ਹੁਣ ਇੱਥੇ ਆਪਾਂ ਥੋੜਾ ਜਿਹਾ ਜਿਹੜਾ ਸਰਕਾਰ ਨੇ ਆਪਣਾ ਇਹਦੇ ਉੱਤੇ ਵਿਚਾਰ ਦਿੱਤਾ ਗਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਇਹਦੇ ਉੱਤੇ ਕੇਂਦਰੀ ਮੰਤਰੀ ਦਾ ਕਹਿਣਾ ਹੈ ਕਿ ਦੇਖੋ ਜੀ, ਕਿਸੇ ਹੋਰ ਦੇਸ਼ ਦਾ ਵੀ ਇਹ ਕਾਰਾ ਹੋ ਸਕਦਾ ਹੈ, ਇਹ ਸਾਡੀ ਸਰਕਾਰ ਦੇ ਜ਼ਿੰਮੇ ਨਾ ਲਾਇਆ ਜਾਵੇ। ਜਿਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਸਾਨੂੰ ਡਿਫੇਮ ਕਰਨ ਦੇ ਲਈ ਮੀਡੀਆ ਦੇ ਵਿੱਚ ਇਸ ਤਰੀਕੇ ਦੀਆਂ ਕਾਰਵਾਈਆਂ ਕਰ ਰਹੀਆਂ ਨੇ। ਕਾਂਗਰਸ ਨੇ ਕਿਹਾ ਕਿ ਇਹ ਜਿਹੜੀ ਭਾਰਤੀ ਜਸੂਸ ਪਾਰਟੀ ਬਣ ਗਈ ਆ ਬੀਜੇਪੀ, ਸੋ ਇਹ ਬੀਜੇਪੀ ਭਾਰਤੀ ਜਨਤਾ ਪਾਰਟੀ ਨਹੀਂ ਰਹੀ ਆ। ਮੁੜ ਕੇ ਮੈਂ ਆਉਣਾ ਗਾ ਪੰਜਾਬ ਵਾਲੇ ਕੇਸਾਂ ਦੇ ਉੱਤੇ। ਹੁਣ ਪੰਜਾਬ ਦੇ ਜਿਹੜੇ ਤੁਸੀਂ 4 ਬੰਦਿਆਂ ਦੇ ਨਾਮ ਲਏ ਨੇ, ਉਹਨਾਂ ਦੀ ਕੋਈ ਬਾਹਰਲੀਆਂ ਦੂਜੀਆਂ ਸਰਕਾਰਾਂ ਦੇ ਨਾਲ ਤਾਂ ਲੜਾਈ ਸਿੱਧੀ ਨਹੀਂ ਆ। ਮਨੁੱਖੀ ਅਧਿਕਾਰਾਂ ਦੀ ਲੜਾਈ ਦੇ ਸੰਦਰਭ ਦੇ ਵਿੱਚ ਹੀ ਆਪਾਂ ਦੇਖ ਲਈਏ, ਉਹਨਾਂ ਦੇ ਵਿੱਚ 2 ਵਕੀਲ ਨੇ, 2 ਪੱਤਰਕਾਰੀ ਦੇ ਨਾਲ ਸੰਬੰਧ ਨੇ। ਉਹ ਸਪਸ਼ਟ ਰੂਪ ਦੇ ਵਿੱਚ ਜੋ ਭਾਰਤ ਸਰਕਾਰ ਦੇ ਵੱਲੋਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾਂਦਾ ਜਾਂ ਉਹਦੀਆਂ ਜਿਹੀਆਂ ਨੀਤੀਆਂ ਹੁੰਦੀਆਂ ਨੇ, ਉਹਨਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਨੇ। ਫਿਰ ਭਾਰਤ ਸਰਕਾਰ ਕਿਉਂ ਇਸ ਦੋਸ਼ ਤੋਂ ਮੁੱਕਰ ਰਹੀ ਆ ਜੋ ਉਹਦੇ ਉੱਤੇ ਦੋਸ਼ ਲੱਗ ਰਿਹਾ ਹੈ? ਕਿਉਂ ਇਹ ਤੋਂ ਬਚਕਾਨਾ ਗੱਲਾਂ ਕਰ ਰਹੀ ਆ? ਕਿਉਂ ਨਹੀਂ ਉਹ ਮੰਨ ਰਹੀ ਕਿ ਹਾਂ ਅਸੀਂ ਪੈਗਾਸਸ ਦੀਆਂ ਜਿਹੜੀਆਂ ਸਭਾਵਾਂ ਲਈਆਂ ਨੇ? ਉਹ ਇਹ ਕਹਿ ਕੇ ਪੱਲਾ ਝਾੜ ਰਹੀ ਹੈ ਕਿ ਪੈਗਾਸਸ ਦਾ ਖੁਦ ਦਾ ਕਹਿਣਾ ਹੈ ਕਿ ਸਾਡੀਆਂ ਜ਼ਿਆਦਾਤਰ ਸਭਾਵਾਂ ਯੂਰਪ ਦੇ ਦੇਸ਼ਾਂ ਦੇ ਵਿੱਚ ਲਈਆਂ ਜਾਂਦੀਆਂ ਨੇ, ਭਾਵ ਕਿ ਜ਼ਿਆਦਾਤਰ ਨੇ, ਮੁੱਕਰੀ ਨਹੀਂ ਪੈਗਾਸਸ ਵੀ ਕਿ ਭਾਰਤ ਦੇ ਵਿੱਚ ਨਹੀਂ ਨੇ। ਸੋ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਨਹੀਂ, ਜੇ ਇੰਨਾ ਹੀ ਹੈਗਾ ਉਹ ਸਿੰਪਲੀ ਇਹ ਕਹਿ ਦੇਣ ਵੀ ਅਸੀਂ ਨਹੀਂ ਖਰੀਦਿਆ ਹੋਇਆ, ਇਹ ਐਨਐਸਓ ਦੇ ਕੋਲੋਂ ਗੱਲ ਹੀ ਨਿਬੜ ਜਾਂਦੀ ਹੈ ਜੀ। ਇਸ ਗੱਲ ਤੇ ਉਹ ਨਹੀਂ ਆ ਰਹੇ। ਦੇਖਣ ਵਾਲੀ ਗੱਲ ਹੈ, ਜਦੋਂ ਪਹਿਲਾਂ ਵੀ ਮਸਲਾ ਉੱਠਿਆ ਉਦੋਂ ਵੀ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਸਵਾਲ ਪੁੱਛੇ ਗਏ, ਉਹਨਾਂ ਦੇ ਜਵਾਬਾਂ ਦੇ ਵਿੱਚ ਵੀ ਜਿਹੜੇ ਤਤਕਾਲੀ ਆਈਟੀ ਮਿਨਿਸਟਰ ਸੀਗੇ, ਉਹਨੇ ਇਹ ਕਿਹਾ ਕਿ ਇੱਥੇ ਬਕਾਇਦਾ ਸੈੱਟ ਪ੍ਰੋਸੀਜਰ ਨੇ, ਨੋਰਮਸ ਨੇ ਤੇ ਬਕਾਇਦਾ ਜਿਹੜੇ ਚੈਕਸ ਐਂਡ ਬੈਲੈਂਸਿਸ ਨੇ, ਤੇ ਉਹਨਾਂ ਦੇ ਤਹਿਤ ਹੀ ਕਿਸੇ ਤਰ੍ਹਾਂ ਦੀ ਵੀ ਇੰਟਰਵੈਂਸ਼ਨ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਬਸ ਇੰਨੀ ਗੱਲ ਕਹੀ ਗਈ ਹੈ। ਕਿਤੇ ਵੀ ਉਹਨਾਂ ਦੇ ਵੱਲੋਂ ਇਹ ਗੱਲ ਨਹੀਂ ਕਹੀ ਗਈ ਕਿ ਅਸੀਂ ਇਹ ਨਹੀਂ ਕੀਤਾ। ਠੀਕ ਹੈ, ਕਿਤੇ ਉਹ ਇਹ ਗੱਲ ਨਹੀਂ ਕਹਿੰਦੇ। ਮਤਲਬ ਹੁਣ ਤੁਸੀਂ ਕਹਿੰਦੇ ਵੀ ਜ਼ਿਆਦਾਤਰ ਯੂਰਪ ਦੇ ਵਿੱਚ ਨੇ, ਇਸ ਗੱਲ ਦਾ ਹਵਾਲਾ ਦੇਣ ਦਾ ਕੀ ਆ ਭਾਰਤ ਸਰਕਾਰ ਇਹ ਗੱਲ ਕਹਿ ਦੇਵੇ ਔਨ ਰਿਕਾਰਡ ਕਿ ਭਾਈ ਸਾਡੇ ਕੋਲ ਨਹੀਂ ਹੈਗਾ। ਦੂਜੀ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਕਹਿ ਹੀ ਦਿੱਤਾ ਵੀ ਇਹ ਬਚਕਾਨਾ ਜਵਾਬ ਆ ਜਿਹੜਾ, ਤੁਹਾਡੇ ਕੈਬਨਿਟ ਮਿਨਿਸਟਰਾਂ ਦੇ ਫੋਨ ਜਿਹੜੇ ਆ ਉਹ ਟਾਰਗੇਟ, ਪੋਟੈਂਸ਼ੀਅਲ ਟਾਰਗੇਟ ਲਿਸਟ ਦੇ ਉੱਪਰ ਹੈਗੇ ਆ, ਤੁਹਾਡੇ ਆਪੋਜੀਸ਼ਨ ਦੇ ਲੀਡਰਾਂ ਦੇ ਹੈਗੇ ਆ, ਤੁਹਾਡੇ ਸੀਨੀਅਰ ਪੱਤਰਕਾਰਾਂ ਦੇ ਹੈਗੇ, ਤੁਹਾਡਾ ਹਰ ਇੱਕ ਉਹ ਅਮਲਾ ਫੈਲਾ ਜਿਹੜਾ ਤੁਹਾਡੇ ਸੋ ਕਾਲਡ ਜਮਹੂਰੀ ਢਾਂਚੇ ਦੇ ਨਾਲ ਸੰਬੰਧਿਤ ਆ, ਤੁਹਾਡੀਆਂ ਕਨਸਟੀਟਿਊਸ਼ਨਲ ਪੋਸਟਾਂ ਦੇ ਉੱਪਰ ਬੈਠੇ ਹੋਏ ਲੋਕਾਂ ਦੇ ਫੋਨ ਜਿਹੜੇ ਹੈਗੇ ਆ। ਤੇ ਫਿਰ ਤੁਸੀਂ ਸਰਕਾਰ ਦੇ ਵਿੱਚ ਕਾਹਦੇ ਵਾਸਤੇ ਬੈਠੇ ਹੋਏ ਆ ਜੇ ਦੂਜੀਆਂ ਸਰਕਾਰਾਂ ਹੀ ਕਰੀ ਜਾ ਰਹੀਆਂ ਜੀ? ਠੀਕ ਹੈ ਨਾ, ਮਤਲਬ ਤੁਹਾਡਾ ਇਹਦਾ ਮਤਲਬ ਇਹ ਆ ਵੀ ਫਿਰ ਤੁਹਾਡਾ ਸਾਰਾ ਕੰਮ ਜਿਹੜਾ ਆ ਉਹ ਦੂਜੀਆਂ ਸਰਕਾਰਾਂ ਹੀ ਚਲਾ ਰਹੀਆਂ ਨੇ। ਸੋ ਇਹ ਮਤਲਬ ਜ਼ਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਆ। ਮਤਲਬ ਹੁਣ ਤਾਂ ਇਹ ਆ, ਵੈਸੇ ਇੰਡੀਆ ਦੇ ਵਿੱਚ ਸਰਕਾਰ ਦੇ ਜਾਂ ਸਟੇਟ ਦੇ ਹਵਾਲੇ ਦੇ ਨਾਲ ਜਾਂ ਉਹਦੇ ਜਿਹੜੇ ਵੱਖਰੇ ਵੱਖਰੇ ਆਰਗਨ ਨੇ ਉਹਨਾਂ ਦੇ ਹਵਾਲੇ ਦੇ ਨਾਲ ਜਮਹੂਰੀਅਤ ਦੀ ਗੱਲ ਕਰਨੀ ਮਤਲਬ ਇੱਕ ਅਜੀਬ ਹੀ ਲੱਗਦੀ ਹੈ, ਕਿਉਂਕਿ ਜਿਹੜੇ ਥੋੜੇ ਬਹੁਤੇ ਪੜਦੇ ਸੀਗੇ ਉਹ ਹੁਣ ਪਿਛਲੇ 7-8 ਸਾਲਾਂ ਦੇ ਦੌਰਾਨ ਉਹ ਵੀ ਚੁੱਕੇ ਗਏ ਆ। ਸੋ ਸਭ ਕੁਝ ਇੰਨਾ ਨੰਗਾ ਚਿੱਟਾ ਹੋ ਗਿਆ ਹੈ ਕਿ ਜੇਕਰ ਹਾਲੀ ਵੀ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਇੱਥੇ ਲੋਕਤੰਤਰੀ ਢਾਂਚਾ ਹੈਗਾ ਆ ਤੇ ਉਹਨੂੰ ਮਤਲਬ ਬਚਾਉਣ ਦੀ ਜ਼ਰੂਰਤ ਹੈਗੀ ਆ, ਉਹ ਬੀਤੇ ਦੀਆਂ ਗੱਲਾਂ ਜਿਹੜੀਆਂ ਥੋੜੇ ਬਹੁਤੇ ਪੜਦੇ ਸੀਗੇ ਉਹ ਹੁਣ ਇਸ ਸਰਕਾਰ ਨੇ ਚੁੱਕ ਦਿੱਤੇ ਆ। ਸੋ ਮੈਨੂੰ ਨਹੀਂ ਲੱਗਦਾ ਖਾਸ ਕਰਕੇ ਸਿੱਖਾਂ ਦੇ ਮਸਲੇ ਦੇ ਵਿੱਚ ਜਾਂ ਪੰਜਾਬ ਦੇ ਮਸਲੇ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਇਸ ਸੰਬੰਧ ਦੇ ਵਿੱਚ ਰਹਿਣਾ ਚਾਹੀਦਾ ਆ ਕਿ ਬਿਲਕੁਲ ਇੱਕ ਟੋਟੈਲੀਟੇਰੀਅਨ ਨਿਜ਼ਾਮ ਦੇ ਵਜੋਂ ਜਾਂ ਇੱਕ ਤਾਨਾਸ਼ਾਹੀ ਦੇ ਵਜੋਂ ਵਤੀਰਾ ਜਿਹੜਾ ਆ ਉਹ ਹੋ ਰਿਹਾ ਆ। ਇਹ ਕੋਈ ਜਮਹੂਰੀਅਤ ਨਾਂ ਦੀ ਕੋਈ ਚੀਜ਼ ਇੱਥੇ ਹੈ ਨਹੀਂ ਹੈ। ਖਾਸ ਕਰ ਜਿਹੜਾ ਤੁਸੀਂ ਨੁਕਤਾ ਸਾਂਝਾ ਕੀਤਾ ਕਿ ਜੇਕਰ ਇਹ ਕੋਈ ਬਾਹਰਲਾ ਮੁਲਕ ਕਰ ਰਿਹਾ ਹੈ, ਉਹ ਤਾਂ ਬੜੀ ਪ੍ਰਾਈਵੇਸੀ ਬਰੀਚ ਕਰ ਰਿਹਾ ਹੈ ਇੰਡੀਆ ਦੀ। ਉਹ ਇੰਡੀਆ ਦੇ ਕਿਸੇ ਵੀ ਮਹਿਕਮੇ ਦੀ, ਕਿਸੇ ਵੀ ਮਿਨਿਸਟਰ ਦੀ ਜਦੋਂ ਉਹ ਸਪਾਈ ਕਰ ਰਿਹਾ ਹੈ, ਉਹ ਤਾਂ ਬਹੁਤ ਵੱਡੇ, ਮੰਨ ਲਓ ਉਹ ਚਾਈਨਾ ਹੀ ਹੋਵੇ ਜਾਂ ਪਾਕਿਸਤਾਨ ਹੀ ਹੋਵੇ, ਉਹ ਪਤਾ ਹੀ ਨਹੀਂ ਕਿੱਡੇ ਇੱਕ ਜਿਹੜੇ ਉਹਦੇ ਵਿੱਚੋਂ ਉਹ ਚੀਜ਼ਾਂ ਉਹ ਕੱਢ ਕੇ ਲੈ ਜਾਊਗਾ ਜਿਹੜੀਆਂ ਉਹ ਆਪਣੇ ਲਈ ਵਰਤ ਸਕਦਾ। ਇਹ ਤਾਂ ਭਾਰਤ ਦੇ ਲਈ ਹੋਰ ਵੀ ਜ਼ਿਆਦਾ ਸੀਰੀਅਸ ਆ ਕਿ ਉਹਨਾਂ ਨੂੰ ਧਿਆਨ ਦੇ ਨਾਲ ਦੇਖਣਾ ਚਾਹੀਦਾ ਹੈ ਕਿ ਕੌਣ ਸਾਡੇ ਉੱਤੇ ਜਸੂਸੀ ਕਰ ਗਿਆ, ਕੌਣ ਉਹਨਾਂ ਦੇ ਆਫਿਸ ਦੀਆਂ ਅੰਦਰ ਦੀਆਂ ਸਾਰੀਆਂ ਗੱਲਾਂ ਕੱਢ ਕੇ ਲੈ ਗਿਆ।
ਚਲੋ ਦੂਜਿਆਂ ਨੂੰ ਤਾਂ ਛੱਡੋ ਪਰੇ, ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ, ਘੱਟੋ ਘੱਟ ਉਹਨਾਂ ਨੂੰ ਆਪਣੇ ਮੰਤਰੀਆਂ ਬਾਰੇ ਤਾਂ ਸੋਚਣਾ ਚਾਹੀਦਾ। ਨਹੀਂ, ਬਿਲਕੁਲ। ਮਤਲਬ ਹੁਣ ਇਹ ਹੈ ਨਾ, ਜਦੋਂ ਬੰਦਾ ਕੋਈ ਗੱਲ ਸੁੱਝਦੀ ਨਹੀਂ ਹੈ, ਫਿਰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਜਿਹੜੀਆਂ ਪੁੱਠੀਆਂ ਉਹਦੇ ਉੱਪਰ ਹੀ ਪੈਂਦੀਆਂ ਆ। ਮਤਲਬ ਹੁਣ ਇਹ ਗੱਲ ਕਹਿਣੀ ਤਾਂ ਮਤਲਬ ਪਹਿਲਾ ਮਾਮਲਾ ਜਿਹਦੇ ਬਾਰੇ ਸਾਰੀ ਦੁਨੀਆ ਦੁਹਾਈ ਪਾ ਰਹੀ ਹੈ ਇੰਡੀਆ ਦੇ ਵਿੱਚ, ਉਹਦੇ ਨਾਲੋਂ ਵੀ ਜ਼ਿਆਦਾ ਸੀਰੀਅਸ ਆ, ਔਰ ਤੁਸੀਂ ਉਹਦੇ ਤੋਂ ਬਚਣ ਦੇ ਲਈ ਉਹ ਲੌਜਿਕ ਜਿਹੜਾ ਆ ਉਹ ਦੇ ਰਹੇ ਹੋ। ਸੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਵਾਪਰਨ ਲੱਗ ਜਾਣ, ਉਦੋਂ ਮਤਲਬ ਬਹੁਤੇ ਜ਼ਿਆਦਾ ਕੋਈ ਅਸਾਰ ਜਿਹੜੇ ਆ, ਕੋਈ ਸਮਝਦਾਰੀ ਦੀ ਗੱਲ ਹੋਣ ਦੇ ਜਾਂ ਇਸ ਤਰ੍ਹਾਂ ਦੇ ਰਹਿੰਦੇ ਨਹੀਂ ਹੈਗੇ। ਤੇ ਪਰ ਇਹ ਹੈਗਾ ਆ ਕਿ ਹੁਣ ਇੱਕ ਗੱਲ ਇਹ ਵੀ ਦੇਖਣੀ ਚਾਹੀਦੀ ਹੈ ਕਿ ਓਪੋਜੀਸ਼ਨ ਪਾਰਟੀਆਂ ਦਾ ਜਿਹੜਾ ਰੋਲ ਹੈ ਜਾਂ ਹੋਰ ਸਾਰਾ ਕੁਛ ਆ, ਉਹ ਵੀ ਮਤਲਬ ਮਗਰਮੱਛ ਦੇ ਹੰਝੂ ਬਹਾਉਣ ਵਾਲਾ ਹੀ ਆ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ ਜੀ। ਜੇਕਰ ਵਿਰੋਧੀ ਪਾਰਟੀਆਂ ਜਿਹੜੀਆਂ ਪਹਿਲਾਂ ਸੱਤਾ ਦੇ ਵਿੱਚ ਰਹੀਆਂ ਨੇ, ਕਾਂਗਰਸ ਜਾਂ ਹੋਰ, ਉਹ ਇਹ ਬਿਆਨ ਦੇ ਰਹੇ ਆ ਕਿ ਇਹ ਮਤਲਬ ਜਸੂਸੀ ਪਾਰਟੀ ਬਣ ਗਈ ਆ, ਤੇ ਉਹ ਕਹਿ ਦੇਣ ਕਿ ਉਹ ਇਹ ਸਾਰਾ ਕੁਝ ਨਹੀਂ ਕਰਦੇ ਰਹੇ। ਇਹਨਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਆਪਣੇ ਹੀ ਰਾਸ਼ਟਰਪਤੀ ਦਾ ਹੀ ਫੋਨ ਟੇਪ ਕੀਤਾ ਹੈਗਾ, ਤੇ ਉਦੋਂ ਪਹਿਲਾਂ ਹਜ਼ਾਰਾਂ ਕਾਲਾਂ ਜਿਹੜੀਆਂ ਟੇਪ ਹੋਣ ਦੀਆਂ ਗੱਲਾਂ ਆਈਆਂ ਨੇ, ਜਿਹੜੀਆਂ ਆਊਟ ਆਫ ਸਾਰਾ ਕਾਨੂੰਨ ਜਾ ਕੇ ਹੋਈਆਂ, ਭਾਵ ਕਿ ਉਹਦੀ ਕੋਈ ਪਰਮਿਸ਼ਨ ਵਗੈਰਾ ਨਹੀਂ ਹੋਈ, ਖੁਦ ਕਾਂਗਰਸ ਦੀ 2013 ਦੀ ਸਰਕਾਰ ਵਿੱਚ। ਬਿਲਕੁਲ, ਇਹ ਤੁਸੀਂ ਦੇਖੋਗੇ ਜੇ ਇਹ ਮਸਲਾ ਹੋਰ ਥੋੜੇ ਕੁ ਦਿਨ ਡਰੈਗ ਹੋ ਗਿਆ ਤੇ ਇਹ ਵੀ ਲੌਜਿਕ ਆਉਣੇ ਆ, ਮਤਲਬ ਬੀਜੇਪੀ ਦੇ ਵੱਲੋਂ ਉਹਨਾਂ ਨੇ ਕਹਿਣਾ ਵੀ ਇਹ ਕਿਸ ਮੂੰਹ ਦੇ ਨਾਲ ਬੋਲ ਰਹੇ ਆ। ਬੁਨਿਆਦੀ ਗੱਲ ਅਸਲ ਦੇ ਵਿੱਚ ਗੁਰਤੇਜ ਸਿੰਘ ਜੀ ਇਹ ਹੈ ਕਿ ਜਿਹੜੀ ਇੱਕ ਇੰਡੀਅਨ ਸਟੇਟ ਆ, ਉਹ ਇਸ ਪੋਜੀਸ਼ਨ ਦੇ ਉੱਪਰ ਪਹੁੰਚ ਚੁੱਕੀ ਹੈ। ਜਿਹੜੀ ਰੂਲਿੰਗ ਪਾਰਟੀ ਆ, ਉਹ ਸਿਰਫ ਉਹਦੀ ਰਿਫਲੈਕਸ਼ਨ ਆ, ਇੱਕ ਉਹਨੂੰ ਦੁਨੀਆ ਦੇ ਵਿੱਚ ਜ਼ਾਹਰ ਕਰ ਰਹੀ ਹੈ। ਪਹਿਲੇ ਨਿਜ਼ਾਮਾਂ ਦੇ ਨਾਲੋਂ ਇਹਦਾ ਫਰਕ ਇਹ ਆ ਕਿ ਉਹ ਥੋੜਾ ਬਹੁਤਾ ਪਰਦਾ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਸੀਗੇ। ਇਹ ਮਤਲਬ ਸਾਰਾ ਕੁਝ ਨੰਗੇ ਚਿੱਟੇ ਰੂਪ ਦੇ ਵਿੱਚ ਕਰਨ ਦਾ ਕਰਦੇ ਆ। ਆਪਾਂ ਕਹੀਏ ਵੀ ਕਿਸੇ ਪਾਰਟੀਕੂਲਰ ਰਜੀਮ ਕਰਕੇ ਇਹ ਗੱਲ ਹੋ ਰਹੀ ਆ, ਇਹ ਗੱਲ ਨਹੀਂ ਹੈਗੀ। ਇੰਡੀਅਨ ਸਟੇਟ ਹੀ ਇਸ ਲੈਵਲ ਤੱਕ, ਟੋਟੈਲੀਟੇਰੀਅਨ ਲੈਵਲ ਤੱਕ ਪਹੁੰਚ ਚੁੱਕੀ ਹੈ। ਜੀ, ਅਖੀਰ ਦੇ ਉੱਤੇ ਤੁਸੀਂ ਇਸ ਗੱਲਬਾਤ ਦੇ ਵਿੱਚ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ? ਨਹੀਂ ਫਿਰ ਆਪਾਂ ਅੱਜ ਦੀ ਗੱਲਬਾਤ ਨੂੰ ਇੱਥੇ ਸਮਾਪਤ ਕਰਦੇ ਹਾਂ। ਦੇਖੋ, ਇਸ ਮਾਮਲੇ ਦੇ ਵਿੱਚ ਇੰਨੀ ਗੱਲ ਜ਼ਰੂਰ ਹੈਗੀ ਹੈ ਕਿ ਜਿੰਨਾ ਵੀ ਇਹ ਮਸਲਾ ਸਾਹਮਣੇ ਆਇਆ ਆ, ਇਹ ਵੱਧ ਤੋਂ ਵੱਧ ਡਿਸਕਸ ਹੋਣਾ ਚਾਹੀਦਾ, ਚਰਚਾ ਦੇ ਵਿੱਚ ਰਹਿਣਾ ਚਾਹੀਦਾ ਆ, ਤੇ ਜਿੰਨਾ ਵੀ ਇਹਨੂੰ ਉਜਾਗਰ ਕੀਤਾ ਜਾਵੇ ਇਹਦੇ ਵੱਖ-ਵੱਖ ਪੱਖਾਂ ਨੂੰ, ਉਹ ਜ਼ਰੂਰ ਕੀਤਾ ਜਾਣਾ ਚਾਹੀਦਾ, ਭਾਵੇਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਫੌਰੀ ਰਾਹਤ ਜਾਂ ਤਬਦੀਲੀ ਦੇ ਅਸਾਰ ਨਹੀਂ ਹੈਗੇ। ਪਰ ਭਵਿੱਖ ਦੇ ਵਿੱਚ ਜਿਸ ਤਰ੍ਹਾਂ ਦਾ ਅਮਲ ਆਉਣਾ ਆ, ਉਹਦੇ ਵਿੱਚ ਜੋ ਕੁਝ ਹੁਣ ਵਾਪਰ ਰਿਹਾ ਆ, ਉਹਨੂੰ ਨਾਲ ਦੀ ਨਾਲ ਉਜਾਗਰ ਕਰਦੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਇਹਦਾ ਲੰਬੇ ਸਮੇਂ ਦੇ ਵਿੱਚ ਜਿਹੜਾ ਅਸਰ ਆ, ਉਹ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲੂਗਾ। ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਜੀਤ ਸਿੰਘ ਜੀ, ਅੱਜ ਦੀ ਇਸ ਗੱਲਬਾਤ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।